सत श्री अकाल दोस्तों, स्वागत है ਤੁਹਾਡੇ ਆਪਣੇ चैनल पीवी पंजाबी कहानियां ते। ਅੱਜ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਪੰਜਾਬੀ ਕਹਾਣੀ। ਸਾਡੇ ਪਿੰਡ ਵਿੱਚ ਇੱਕ ਅਜੀਬ ਰਸਮ ਸੀ ਅਤੇ ਉਸ ਰਸਮ ਕਾਰਨ ਮੈਨੂੰ ਵਿਆਹ ਦੇ ਨਾਮ ਤੋਂ ਵੀ ਡਰ ਲੱਗਣ ਲੱਗ ਪਿਆ ਸੀ। ਕਹਿਣ ਨੂੰ ਤਾਂ ਮੈਂ ਪਿੰਡ ਦੀ ਸੀ ਤੇ ਅਕਸਰ ਪਿੰਡ ਵਾਲੇ ਬੜੇ ਨਿਡਰ ਤੇ ਬਹਾਦਰ ਹੁੰਦੇ ਹਨ, ਪਰ ਮੈਂ ਬਹੁਤ ਕਮਜ਼ੋਰ ਦਿਲ ਵਾਲੀ ਸੀ ਅਤੇ ਬਹੁਤ ਡਰਦੀ ਸੀ। शायद इसे करके मैं इस रस्म के नाँ तो बहुत डरती सी ਅਤੇ मैं ਵਿਆਹ भी नहीं करवाउणा चाहुंदी सी। मैं 24 सालां दी सी। उंज साडे पिंड विच कुड़ियां दा विआह 18 साल दी उम्र विच कर दिता जांदा सी, पर मैं अपने परिवार नूं स्पष्ट कर दिता सी कि मैं विआह नहीं करवाउणा चाहुंदी। कई बार मेरे मापिਆਂ ने मैनूं रिश्ता करन लई मजबूर कीता, हालांकि मैं हमेशा इस गल ते अड़ी सी कि मैं ब्याह नहीं करवाउणा। मेरा परिवार जानना चाहुंदा सी कि तुसीं ब्याह क्यों नहीं करना चाहुंदे, पर फिर मैनूं इह दसदे होए भी शर्म आउंदी सी कि मैनूं घोड़े वाली रस्म तो डर लगदा है। पता नहीं क्यों पिंड वाले घोड़े नाल इह रस्म करवाउंदे हन। मैं पूरे पिंड दे सामने अपना तमाशा नहीं बनाउणा चाहुंदी सी। दरअसल इह रस्म साडे पिंड दे मुखिया दे तरफों कीती जांदी सी ਅਤੇ ਸਾਡੇ ਪਿੰਡ ਦਾ ਮੁਖੀਆ ਇੱਕ ਸਖਤ ਵਿਅਕਤੀ ਸੀ। ਇਸ ਰਸਮ ਤੋਂ ਬਿਨਾਂ ਵਿਆਹ ਦੀ ਕੋਈ ਗੁੰਜਾਇਸ਼ ਨਹੀਂ ਸੀ। ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਪੂਰੇ ਪਿੰਡ ਦੇ ਸਾਹਮਣੇ ਦੁਲਹਨ ਤੋਂ ਇਹ ਰਸਮ ਕਰਵਾਈ ਜਾਂਦੀ ਸੀ ਅਤੇ ਉਸ ਤੋਂ ਇੱਕ ਹਫ਼ਤੇ ਬਾਅਦ ਹੀ ਕੁੜੀ ਦਾ ਵਿਆਹ ਹੁੰਦਾ ਸੀ। ਅੱਜ ਤੱਕ ਸਾਡੇ ਪਿੰਡ ਵਿੱਚ ਅਜਿਹਾ ਨਹੀਂ ਹੋਇਆ ਕਿ ਕਿਸੇ ਕੁੜੀ ਦਾ ਵਿਆਹ ਇਸ ਰਸਮ ਤੋਂ ਬਿਨਾਂ ਹੋਇਆ ਹੋਵੇ। ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੈਂ ਛੋਟੀ ਸੀ ਤਾਂ ਸਾਡੇ ਪਿੰਡ ਦੀ ਇੱਕ ਕੁੜੀ ਬਿਮਲਾ ਦਾ ਵਿਆਹ ਹੋਇਆ ਸੀ। ਮੈਂ ਜਿੱਦ ਕਰਕੇ ਆਪਣੇ ਪਿਤਾ ਜੀ ਨਾਲ ਇਹ ਰਸਮ ਦੇਖਣ ਲਈ ਗਈ। ਬਿਮਲਾ ਆਪਣੇ ਪਿਤਾ ਨਾਲ ਪਿੰਡ ਦੇ ਮੈਦਾਨ ਵਿੱਚ ਦੁਲਹਨ ਬਣ ਕੇ ਆਈ। ਇਸ ਰਸਮ ਨੂੰ ਦੇਖਣ ਲਈ ਪਿੰਡ ਦੇ ਮਰਦ ਹੀ ਇਕੱਠੇ ਹੁੰਦੇ ਸਨ, ਪਰ ਮੇਰੇ ਰੋਣ ਕਾਰਨ ਪਿਤਾ ਜੀ ਮੈਨੂੰ ਆਪਣੇ ਨਾਲ ਲੈ ਗਏ। ਵੈਸੇ ਵੀ ਉਸ ਸਮੇਂ ਮੈਂ ਬਹੁਤ ਛੋਟੀ ਸੀ, ਇਸ ਲਈ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਦੁਲਹਨ ਬਿਮਲਾ ਨੂੰ ਘੋੜੇ ਦੇ ਕੋਲ ਲਿਜਾਇਆ ਗਿਆ ਅਤੇ ਫਿਰ ਰਸਮ ਸ਼ੁਰੂ ਹੋਈ। ਬਿਮਲਾ ਇਸ ਰਸਮ ਬਾਰੇ ਚੰਗੀ ਤਰ੍ਹਾਂ ਜਾਣਦੀ ਸੀ ਕਿ ਇਹ ਰਸਮ ਕਿਵੇਂ ਨਿਭਾਉਣੀ ਹੈ। ਬਿਮਲਾ ਨੂੰ ਘੋੜੇ ਦੀ ਪਿੱਠ ਤੇ ਬਿਠਾਇਆ ਗਿਆ ਅਤੇ ਘੋੜਾ ਬਿਮਲਾ ਨੂੰ ਲੈ ਕੇ ਜੰਗਲ ਵੱਲ ਦੌੜ ਗਿਆ। ਬਿਮਲਾ ਦੀਆਂ ਚੀਕਾਂ ਪੂਰੇ ਪਿੰਡ ਵਿੱਚ ਸੁਣ ਰਹੀਆਂ ਸਨ। ਉਹ ਹੋਸ਼ ਵਿੱਚ ਨਹੀਂ ਸੀ, ਉਹ ਘੋੜੇ ਦੀ ਪਿੱਠ ਤੇ ਹੀ ਸੀ। ਬਿਮਲਾ ਦੀ ਵਿਗੜਦੀ ਹਾਲਤ ਦੇਖ ਕੇ ਮੇਰਾ ਸਾਹ ਰੁਕ ਗਿਆ, ਪਰ ਹਰ ਕੋਈ ਇਸ ਤਰ੍ਹਾਂ ਆਨੰਦ ਲੈ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮੁਖੀਆ ਵੀ ਇਹ ਸਭ ਨਜ਼ਾਰਾ ਦੇਖ ਕੇ ਆਨੰਦ ਲੈ ਰਿਹਾ ਸੀ। ਆਖਰ ਖੁਸ਼ ਵੀ ਕਿਉਂ ਨਾ ਹੋਵੇ, ਇਹ ਸਭ ਉਸ ਦੇ ਹੁਕਮ ਤੇ ਹੀ ਹੋ ਰਿਹਾ ਸੀ। ਮੁਖੀਆ ਨੇ ਦੱਸਿਆ ਕਿ ਇਸ ਤਰ੍ਹਾਂ ਪਿੰਡ ਦੀਆਂ ਕੁੜੀਆਂ ਮਰਦਾਂ ਨੂੰ ਪਿਆਰ ਕਰਨਾ ਅਤੇ ਉਹਨਾਂ ਦੀ ਇੱਜ਼ਤ ਕਰਨਾ ਸਿੱਖਦੀਆਂ ਹਨ। ਇਸ ਦੇ ਨਾਲ ਹੀ ਜੇਕਰ ਇਹ ਰਸਮ ਪੂਰੀ ਹੋ ਜਾਵੇ ਤਾਂ ਸਹੁਰੇ ਪਰਿਵਾਰ ਵਾਲੇ ਕੁੜੀਆਂ ਨੂੰ ਬਹੁਤ ਹੀ ਸਤਿਕਾਰ ਅਤੇ ਪਿਆਰ ਨਾਲ ਰੱਖਦੇ ਹਨ। ਪਰ ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੀ ਸੀ। ਮੈਨੂੰ ਇਹ ਕਰਮਕਾਂਡ ਵਿਅਰਥ ਜਾਪਦੇ ਸਨ। ਘੋੜੇ ਅਤੇ ਮਨੁੱਖ ਵਿੱਚ ਕੀ ਰਿਸ਼ਤਾ ਹੈ, ਪਰ ਇਸ ਗੱਲ ਦਾ ਪਤਾ ਮੈਨੂੰ ਉਦੋਂ ਲੱਗਾ ਜਦੋਂ ਮੈਂ ਖੁਦ ਇਸ ਰਸਮ ਦਾ ਹਿੱਸਾ ਬਣੀ ਤੇ ਜਦੋਂ ਘੋੜਾ ਮੈਨੂੰ ਜੰਗਲ ਵਿੱਚ ਲੈ ਗਿਆ। ਅਤੇ ਉਸ ਤੋਂ ਬਾਅਦ ਜੋ ਮੇਰੇ ਨਾਲ ਹੋਇਆ ਉਹ ਦੇਖ ਕੇ ਮੇਰੀ ਰੂਹ ਕੰਬ ਗਈ। ਬਿਮਲਾ ਨੂੰ ਲੈ ਕੇ ਘੋੜਾ ਜੰਗਲ ਵੱਲ ਰਵਾਨਾ ਹੋ ਗਿਆ ਸੀ। ਪੂਰਾ ਇੱਕ ਦਿਨ ਅਤੇ ਇੱਕ ਰਾਤ ਬਿਮਲਾ ਨੇ ਘੋੜੇ ਨਾਲ ਬਿਤਾਉਣੀ ਸੀ। ਸਾਰਿਆਂ ਨੂੰ ਪਤਾ ਸੀ ਕਿ ਹੁਣ ਘੋੜਾ ਸ਼ਾਮ ਨੂੰ ਹੀ ਬਿਮਲਾ ਨਾਲ ਵਾਪਸ ਆਵੇਗਾ, ਜਿਸ ਕਾਰਨ ਸਾਰੇ ਲੋਕ ਖੁਸ਼ ਸਨ ਤੇ ਆਪੋ ਆਪਣੇ ਘਰਾਂ ਨੂੰ ਪਰਤ ਗਏ। ਕਿਸੇ ਨੇ ਬਿਮਲਾ ਦੀ ਪਰਵਾਹ ਨਾ ਕੀਤੀ ਕਿ ਉਹ ਘੋੜਾ ਬਿਮਲਾ ਦਾ ਕੀ ਹਾਲ ਕਰੇਗਾ। ਇਸ ਰਸਮ ਨੂੰ ਨਿਭਾਉਣ ਤੋਂ ਬਾਅਦ ਜਦੋਂ ਘੋੜਾ ਕੁੜੀਆਂ ਨੂੰ ਵਾਪਸ ਲਿਆਉਂਦਾ ਸੀ ਤਾਂ ਵਾਪਸੀ ਵੇਲੇ ਕੁੜੀਆਂ ਦਾ ਬਹੁਤ ਬੁਰਾ ਹਾਲ ਹੁੰਦਾ ਸੀ। ਉਹਨਾਂ ਦੇ ਸਰੀਰ ਤੇ ਜ਼ਖਮ ਹੁੰਦੇ ਅਤੇ ਕਈਆਂ ਦੇ ਕੱਪੜੇ ਵੀ ਫਟੇ ਹੋਏ ਹੁੰਦੇ, ਪਰ ਪਿੰਡ ਵਾਲਿਆਂ ਨੂੰ ਉਹਨਾਂ ਤੇ ਬਿਲਕੁਲ ਵੀ ਤਰਸ ਨਾ ਆਉਂਦਾ। ਸਾਰਿਆਂ ਨੂੰ ਲੱਗਦਾ ਕਿ ਇਹ ਰਸਮ ਬਹੁਤ ਜ਼ਰੂਰੀ ਹੈ। ਜਦੋਂ ਘੋੜਾ ਬਿਮਲਾ ਨੂੰ ਲੈ ਗਿਆ ਤਾਂ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ, ਪਰ ਮੇਰਾ ਦਿਲ ਅਤੇ ਦਿਮਾਗ ਵਿੱਚ ਬਿਮਲਾ ਦੀ ਹਾਲਤ ਅਤੇ ਉਸ ਦੀਆਂ ਚੀਕਾਂ ਹੀ ਘੁੰਮ ਰਹੀਆਂ ਸਨ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਬਿਮਲਾ ਸਾਰਾ ਦਿਨ ਘੋੜੇ ਨੂੰ ਕਿਵੇਂ ਬਰਦਾਸ਼ਤ ਕਰੇਗੀ। ਉਸ ਦਿਨ ਤੋਂ ਬਾਅਦ ਮੈਂ ਇੰਨਾ ਡਰ ਗਈ ਸੀ ਕਿ ਮੈਂ ਵਿਆਹ ਨਾ ਕਰਨ ਦਾ ਫੈਸਲਾ ਕੀਤਾ, ਕਿਉਂਕਿ ਮੈਂ ਘੋੜੇ ਨਾਲ ਇਹ ਰਸਮ ਨਹੀਂ ਕਰ ਸਕਦੀ ਸੀ। ਪਰ ਕਹਿੰਦੇ ਹਨ ਕਿ ਕਈ ਵਾਰ ਜੋ ਇਨਸਾਨ ਨਹੀਂ ਚਾਹੁੰਦਾ ਉਹ ਵੀ ਉਸ ਦੀ ਕਿਸਮਤ ਵਿੱਚ ਲਿਖਿਆ ਹੁੰਦਾ ਹੈ, ਅਤੇ ਸ਼ਾਇਦ ਵਿਆਹ ਮੇਰੀ ਕਿਸਮਤ ਦਾ ਹਿੱਸਾ ਸੀ।
ਕਿਉਂਕਿ ਮੇਰੀ ਜ਼ਿੰਦਗੀ ਵਿੱਚ ਅਰਸ਼ ਆ ਗਿਆ ਸੀ। ਮੇਰੇ ਪਿਤਾ ਜੀ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਮੇਰੇ 2 ਭਰਾ ਸਨ ਅਤੇ ਦੋਵੇਂ ਸ਼ਹਿਰ ਵਿੱਚ ਕੰਮ ਕਰਦੇ ਸਨ। ਇਸੇ ਲਈ ਸਾਡੇ ਪਿੰਡ ਦੀ ਜ਼ਮੀਨ ਤੇ ਪਿਤਾ ਜੀ ਹੀ ਕੰਮ ਕਰਦੇ ਸਨ। ਆਪਣੇ ਪਿਤਾ ਦੀ ਵੱਧਦੀ ਬਿਮਾਰੀ ਨੂੰ ਦੇਖਦਿਆਂ ਮੈਂ ਫੈਸਲਾ ਕੀਤਾ ਕਿ ਮੈਂ ਆਪਣੇ ਪਿਤਾ ਦੀ ਥਾਂ ਆਪਣੀ ਜ਼ਮੀਨ ਤੇ ਕੰਮ ਕਰਾਂਗੀ। ਮੇਰੇ ਪਿਤਾ ਨੇ ਮੈਨੂੰ ਬਹੁਤ ਸਮਝਾਇਆ ਕਿ ਪੁੱਤਰ, ਇਹ ਸਭ ਤੇਰੇ ਵੱਸ ਦਾ ਨਹੀਂ ਹੈ, ਪਰ ਮੈਂ ਸ਼ੁਰੂ ਤੋਂ ਹੀ ਬਹੁਤ ਜਿੱਦੀ ਸੀ ਅਤੇ ਇਸ ਕਰਕੇ ਮੇਰੇ ਪਿਤਾ ਨੇ ਅਜੇ ਤੱਕ ਮੇਰਾ ਵਿਆਹ ਨਹੀਂ ਕਰਵਾ ਸਕੇ। ਮੈਂ ਆਪਣੇ ਪਿਤਾ ਦੀ ਗੱਲ ਨਹੀਂ ਸੁਣੀ। ਮੈਂ ਆਪਣੇ ਪਿਤਾ ਨੂੰ ਮੰਜੇ ਤੇ ਪਾ ਦਿੱਤਾ, ਉਹਨਾਂ ਨੂੰ ਆਰਾਮ ਕਰਨ ਲਈ ਕਿਹਾ ਤੇ ਖੁਦ ਖੇਤਾਂ ਵੱਲ ਨੂੰ ਤੁਰ ਪਈ। ਮੈਂ ਲੰਬੀ ਚੌੜੀ ਤੇ ਸੋਹਣੀ ਕੁੜੀ ਸੀ। ਬਚਪਨ ਤੋਂ ਹੀ ਮੈਂ ਖੇਤਾਂ ਵਿੱਚ ਖੇਡਦੀ ਆਈ ਸੀ, ਇਸ ਲਈ ਇਹ ਮੇਰੇ ਲਈ ਬਹੁਤਾ ਔਖਾ ਕੰਮ ਨਹੀਂ ਸੀ। ਪਰ ਮੇਰੇ ਇਸ ਫੈਸਲੇ ਨੇ ਮੇਰੇ ਵਿਆਹ ਦੀ ਜਿੱਦ ਨੂੰ ਪਿੰਡ ਦੀਆਂ ਕੁੜੀਆਂ ਵਾਂਗ ਤੋੜ ਦਿੱਤਾ। ਪਹਿਲਾਂ ਮੈਂ ਘਰ ਹੀ ਰਹਿੰਦੀ ਸੀ ਤੇ ਬਿਨਾਂ ਵਜ੍ਹਾ ਘਰ ਤੋਂ ਬਾਹਰ ਨਹੀਂ ਜਾਂਦੀ ਸੀ ਅਤੇ ਨਾ ਹੀ ਮੈਂ ਕਿਸੇ ਨਾਲ ਦੋਸਤੀ ਕੀਤੀ ਸੀ, ਖਾਸ ਕਰਕੇ ਮੁੰਡੇ ਨਾਲ। ਪਰ ਜਦੋਂ ਮੈਨੂੰ ਪਿੰਡ ਦੇ ਖੇਤਾਂ ਵਿੱਚ ਕੰਮ ਕਰਨ ਲਈ ਬਾਹਰ ਜਾਣਾ ਪਿਆ ਤਾਂ ਮੈਨੂੰ ਆਪਣੀ ਸ਼ਰਮ ਛੱਡ ਕੇ ਪਰਦੇ ਵਿੱਚੋਂ ਬਾਹਰ ਆਉਣਾ ਪਿਆ ਅਤੇ ਉਸ ਸਮੇਂ ਅਰਸ਼ ਦੀ ਨਜ਼ਰ ਮੇਰੇ ਉੱਤੇ ਪਈ। ਉਹ ਮੁਖੀਆ ਦਾ ਮੁਨੀਮ ਸੀ ਅਤੇ ਹਰ ਕਿਸੇ ਦੀ ਜ਼ਮੀਨ ਦੇ ਹਿਸਾਬ ਕਿਤਾਬਾਂ ਦਾ ਕੰਮ ਕਰਦਾ ਸੀ। ਕਹਿਣ ਨੂੰ ਤਾਂ ਇਹ ਜ਼ਮੀਨ ਸਾਡੀ ਸੀ, ਪਰ ਹੁਕਮ ਮੁਖੀਆ ਦਾ ਹੀ ਚੱਲਦਾ ਸੀ। ਸਾਡੀ ਕਮਾਈ ਦਾ ਵੱਡਾ ਹਿੱਸਾ ਵੀ ਉਹ ਹੀ ਲੈ ਜਾਂਦਾ ਸੀ। ਮੈਨੂੰ ਦੇਖ ਕੇ ਉਹ ਪੁੱਛਣ ਲੱਗਾ, ਤੁਸੀਂ ਕੌਣ ਹੋ? ਮੈਂ ਆਪਣਾ ਨਾਂ ਅੰਜਨਾ ਦੱਸਿਆ ਤੇ ਮੈਂ ਰਜੀਵ ਦੀ ਧੀ ਹਾਂ। ਉਹ ਮੇਰੇ ਵੱਲ ਧਿਆਨ ਨਾਲ ਦੇਖ ਕੇ ਕਹਿਣ ਲੱਗਾ, ਤੁਸੀਂ ਉਮਰ ਵਿੱਚ ਕਾਫੀ ਵੱਡੇ ਲੱਗਦੇ ਹੋ, ਫਿਰ ਤੁਸੀਂ ਅਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ? ਮੈਂ ਸਿਰ ਝੁਕਾ ਕੇ ਕਿਹਾ, ਮੈਂ ਵਿਆਹ ਨਹੀਂ ਕਰਨਾ ਚਾਹੁੰਦੀ। ਮੇਰੀ ਗੱਲ ਸੁਣ ਕੇ ਉਹ ਬੋਲਿਆ, ਦੇਖੋ, ਜੇਕਰ ਮੁਖੀਆ ਨੂੰ ਪਤਾ ਲੱਗ ਗਿਆ ਕਿ ਤੁਸੀਂ ਵਿਆਹ ਨਹੀਂ ਕਰਵਾਇਆ ਤਾਂ ਬਹੁਤ ਬੁਰਾ ਹੋਵੇਗਾ, ਕਿਉਂਕਿ ਸਾਡੇ ਪਿੰਡ ਵਿੱਚ ਕੁੜੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਹੈ ਅਤੇ ਇਹ ਮੁਖੀਆ ਦਾ ਹੁਕਮ ਹੈ। ਮੈਂ ਚੁੱਪ ਰਹੀ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੇਰੇ ਪਿਤਾ ਜੀ ਨੇ ਇਹ ਗੱਲ ਮੁਖੀਆ ਤੋਂ ਛੁਪਾ ਕੇ ਰੱਖੀ ਸੀ ਕਿ ਮੇਰਾ ਅਜੇ ਵਿਆਹ ਨਹੀਂ ਹੋਇਆ ਸੀ ਅਤੇ ਮੈਂ 24 ਸਾਲਾਂ ਦੀ ਸੀ। ਅਰਸ਼ ਦੀਆਂ ਨਜ਼ਰਾਂ ਮੇਰੇ ਤੇ ਟਿਕੀਆਂ ਹੋਈਆਂ ਸਨ ਅਤੇ ਪਤਾ ਨਹੀਂ ਉਸ ਦੀਆਂ ਨਜ਼ਰਾਂ ਵਿੱਚ ਕੀ ਸੀ ਕਿ ਮੈਂ ਸ਼ਰਮਾ ਕੇ ਚੁੰਨੀ ਆਪਣੇ ਚਿਹਰੇ ਤੇ ਪਾਉਣ ਲੱਗੀ। ਉਹ ਕੁਝ ਦੇਰ ਹਿਸਾਬ ਕਿਤਾਬ ਕਰਦਾ ਰਿਹਾ ਤੇ ਨਾਲ ਹੀ ਉਸ ਦੀ ਨਜ਼ਰ ਮੇਰੇ ਤੇ ਵੀ ਟਿਕੀ ਹੋਈ ਸੀ ਅਤੇ ਫਿਰ ਉਹ ਵਾਪਸ ਮੁੜ ਗਿਆ, ਇਹ ਕਹਿ ਕੇ ਉਹ ਕੱਲ ਮੈਨੂੰ ਮਿਲਣ ਆਵੇਗਾ। ਮੈਨੂੰ ਅਰਸ਼ ਦੀ ਗੱਲ ਸਮਝ ਨਹੀਂ ਆਈ ਕਿ ਉਹ ਮੈਨੂੰ ਦੁਬਾਰਾ ਮਿਲਣ ਕਿਉਂ ਆਵੇਗਾ, ਜਦੋਂ ਕਿ ਮੈਂ ਜ਼ਮੀਨਾਂ ਤੇ ਉੱਗਦੇ ਅਨਾਜ ਦਾ ਸਾਰਾ ਹਿਸਾਬ ਕਿਤਾਬ ਉਸ ਨੂੰ ਲਿਖਵਾ ਦਿੱਤਾ ਸੀ। ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਜਦੋਂ ਮੈਂ ਸ਼ਾਮ ਨੂੰ ਘਰ ਵਾਪਸ ਆਈ ਤਾਂ ਮੈਂ ਖੁਸ਼ੀ-ਖੁਸ਼ੀ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਂ ਵੀ ਖੇਤਾਂ ਵਿੱਚ ਆਰਾਮ ਨਾਲ ਕੰਮ ਕਰ ਸਕਦੀ ਹਾਂ। ਪਾਪਾ ਉਦਾਸ ਹੋ ਕੇ ਕਹਿਣ ਲੱਗੇ, ਪੁੱਤਰ, ਇਹ ਤੁਹਾਡਾ ਕੰਮ ਨਹੀਂ ਹੈ। ਮਰਨ ਤੋਂ ਪਹਿਲਾਂ ਮੈਂ ਤੇਰਾ ਵਿਆਹ ਕਰਨਾ ਚਾਹੁੰਦਾ ਹਾਂ, ਪਰ ਤੂੰ ਹੈ ਜੋ ਅੱਜ ਵੀ ਮੇਰੀ ਦਹਲੀਜ਼ ਤੇ ਬੈਠੀ ਹੋਈ ਹੈ। ਵਿਆਹ ਦਾ ਨਾਂ ਸੁਣਦੇ ਹੀ ਅਰਸ਼ ਦਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਪਿਆ ਅਤੇ ਇਹ ਸਭ ਇੱਕਦਮ ਹੋ ਗਿਆ। ਉਸ ਸਮੇਂ ਅਰਸ਼ ਦਾ ਖਿਆਲ ਮੇਰੇ ਦਿਲ ਦਿਮਾਗ ਵਿੱਚ ਵੀ ਨਹੀਂ ਸੀ ਅਤੇ ਮੈਂ ਹੈਰਾਨ ਸੀ ਕਿ ਅੱਜ ਮੈਂ ਪਹਿਲੀ ਵਾਰ ਜਿਸ ਇਨਸਾਨ ਨੂੰ ਦੇਖਿਆ ਸੀ, ਵਿਆਹ ਦੇ ਨਾਂ ਤੇ ਮੇਰੇ ਦਿਲ ਦਿਮਾਗ 'ਚ ਉਸ ਦੀ ਤਸਵੀਰ ਕਿਉਂ ਉੱਭਰ ਰਹੀ ਸੀ। ਮੈਂ ਇਹ ਵਿਚਾਰ ਆਪਣੇ ਦਿਲ ਵਿੱਚੋਂ ਕੱਢ ਦਿੱਤੇ ਤੇ ਮੈਂ ਘਰ ਦੇ ਕੰਮਾਂ ਵਿੱਚ ਰੁੱਝ ਗਈ ਅਤੇ ਅਗਲੇ ਦਿਨ ਫਿਰ ਮੈਂ ਖੇਤਾਂ ਨੂੰ ਚਲੀ ਗਈ, ਕਿਉਂਕਿ ਪਿਤਾ ਦੀ ਸਿਹਤ ਠੀਕ ਨਾ ਹੋਣ ਤੱਕ ਮੈਂ ਆਪਣੇ ਪਿਤਾ ਦੀ ਥਾਂ ਖੇਤਾਂ ਦੀ ਸੰਭਾਲ ਕਰਨੀ ਸੀ। ਅਰਸ਼ ਦੁਪਹਿਰ ਵੇਲੇ ਖੇਤਾਂ ਵਿੱਚ ਆ ਗਿਆ। ਉਸ ਸਮੇਂ ਇੱਥੇ ਕੋਈ ਵੀ ਨਹੀਂ ਸੀ। ਉਹ ਮੇਰੇ ਨਾਲ ਮੰਜੇ ਤੇ ਬੈਠ ਗਿਆ ਅਤੇ ਆਪਣੇ ਹੱਥ ਵਿੱਚ ਫੜੀ ਕਾਪੀ ਅਤੇ ਪੈਨ ਇੱਕ ਪਾਸੇ ਰੱਖ ਦਿੱਤਾ। ਮੈਨੂੰ ਅੱਜ ਵੀ ਸਮਝ ਨਹੀਂ ਆਈ ਕਿ ਉਹ ਅੱਜ ਫਿਰ ਕਿਉਂ ਆਇਆ ਹੈ। ਮੇਰੇ ਵੱਲ ਦੇਖਦੇ ਹੋਏ ਬੜੇ ਆਰਾਮ ਨਾਲ ਕਹਿਣ ਲੱਗਾ ਕਿ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ। ਮੈਂ ਉਸ ਨੂੰ ਦੱਸਿਆ ਕਿ ਮੇਰੇ ਵਿਆਹ ਨਾ ਕਰਵਾਉਣ ਦਾ ਕਾਰਨ ਮੁਖੀਏ ਦੀ ਘੋੜੇ ਵਾਲੀ ਰਸਮ ਹੈ ਜੋ ਵਿਆਹ ਤੋਂ ਪਹਿਲਾਂ ਕੁੜੀ ਨੂੰ ਕਰਨੀ ਪੈਂਦੀ ਹੈ। ਉਹ ਮੇਰੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਤੇ ਕਹਿਣ ਲੱਗਾ, ਇਸ ਵਿੱਚ ਕੀ ਵੱਡੀ ਗੱਲ ਹੈ? ਅੱਜ ਤੱਕ ਪਿੰਡ ਦੀਆਂ ਸਾਰੀਆਂ ਕੁੜੀਆਂ ਇਹ ਕਰਦੀਆਂ ਰਹੀਆਂ ਹਨ, ਫਿਰ ਤੁਹਾਨੂੰ ਕੀ ਸਮੱਸਿਆ ਹੈ? ਮੈਂ ਹੈਰਾਨੀ ਨਾਲ ਅਰਸ਼ ਵੱਲ ਦੇਖਿਆ ਅਤੇ ਪੁੱਛਿਆ ਕਿ ਇਹ ਅਜੀਬ ਨਹੀਂ ਲੱਗ ਰਿਹਾ? ਇਸ ਤਰ੍ਹਾਂ ਇੱਕ ਕੁੜੀ ਘੋੜੇ ਨਾਲ ਕੁਝ ਅਜੀਬ ਨਹੀਂ? ਮੈਂ ਅੱਗੇ ਕੁਝ ਨਹੀਂ ਕਹਿ ਸਕੀ। ਅਰਸ਼ ਕਹਿਣ ਲੱਗਾ, ਇਹ ਰਸਮਾਂ ਤਾਂ ਮੈਂ ਬਚਪਨ ਤੋਂ ਦੇਖ ਰਿਹਾ ਹਾਂ
ਅਤੇ ਪਿੰਡ ਦੇ ਸਾਰੇ ਲੋਕ ਇਸ ਰਸਮ ਦੇ ਆਦੀ ਹੋ ਗਏ ਹਨ। ਮੁਖੀਆ ਸਾਹਿਬ ਬਹੁਤ ਚੰਗੇ ਇਨਸਾਨ ਹਨ ਅਤੇ ਜੇਕਰ ਉਹਨਾਂ ਨੇ ਇਹ ਸ਼ੁਰੂ ਕੀਤੀ ਹੈ ਤਾਂ ਇਸ ਪਿੱਛੇ ਜ਼ਰੂਰ ਕੋਈ ਨਾ ਕੋਈ ਖਾਸ ਕਾਰਨ ਹੋਵੇਗਾ। ਸ਼ਾਇਦ ਇਸ ਤਰ੍ਹਾਂ ਪਿੰਡ ਦੀਆਂ ਸਾਰੀਆਂ ਕੁੜੀਆਂ ਖੁਸ਼ ਰਹਿੰਦੀਆਂ ਹਨ ਅਤੇ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਦੀਆਂ ਹਨ। ਇਸੇ ਕਰਕੇ ਪਿੰਡ ਦੀਆਂ ਸਾਰੀਆਂ ਔਰਤਾਂ ਵਿਆਹ ਤੋਂ ਬਾਅਦ ਵੀ ਆਪੋ ਆਪਣੇ ਪਰਿਵਾਰ ਵਿੱਚ ਖੁਸ਼ ਰਹਿੰਦੀਆਂ ਹਨ ਅਤੇ ਆਪਣੇ ਪਤੀ ਦੀ ਬਹੁਤ ਸੇਵਾ ਕਰਦੀਆਂ ਹਨ। ਅਤੇ ਫਿਰ ਮੁਖੀਆ ਦਾ ਘੋੜਾ ਵੀ ਬਹੁਤ ਸੁੰਦਰ ਅਤੇ ਪਿਆਰਾ ਹੈ। ਉਸ ਨਾਲ ਕਿਸੇ ਵੀ ਕੁੜੀ ਨੂੰ ਕੀ ਪਰੇਸ਼ਾਨੀ ਹੋ ਸਕਦੀ ਹੈ। ਮੈਂ ਅਰਸ਼ ਨੂੰ ਗੁੱਸੇ ਨਾਲ ਕਿਹਾ, ਤੈਨੂੰ ਨਹੀਂ ਪਤਾ ਕਿ ਵਾਪਸੀ ਤੇ ਕੁਝ ਕੁੜੀਆਂ ਦੀ ਹਾਲਤ ਕਿਵੇਂ ਹੁੰਦੀ ਹੈ। ਮੇਰੀ ਗੱਲ ਸੁਣ ਕੇ ਅਰਸ਼ ਚੁੱਪ ਹੋ ਗਿਆ। ਪਤਾ ਨਹੀਂ ਉਹ ਕੀ ਸੋਚ ਰਿਹਾ ਸੀ। ਥੋੜੀ ਦੇਰ ਬਾਅਦ ਕਹਿਣ ਲੱਗਾ ਕਿ ਔਰਤਾਂ ਲਈ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ, ਆਪਣੇ ਪਤੀ ਨੂੰ ਖੁਸ਼ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਜੇਕਰ ਉਹਨਾਂ ਨੂੰ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਵਿੱਚ ਗਲਤ ਕੀ ਹੈ। ਅਰਸ਼ ਦੀ ਗੱਲ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਪਿੰਡ ਦੇ ਸਾਰੇ ਲੋਕ ਇਸ ਰਸਮ ਦੇ ਇੰਨੇ ਆਦੀ ਬਣ ਗਏ ਹਨ ਕਿ ਉਹਨਾਂ ਨੂੰ ਇਸ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ। ਕਿ ਇੱਕ ਪਤੀ ਇਹ ਚਾਹੇਗਾ ਕਿ ਉਸ ਦੀ ਪਤਨੀ ਉਸ ਤੋਂ ਪਹਿਲਾਂ ਘੋੜੇ ਨਾਲ ਰਾਤ ਬਿਤਾਏ। ਅਰਸ਼ ਨੂੰ ਮੇਰੇ ਗੁੱਸੇ ਦਾ ਅੰਦਾਜ਼ਾ ਹੋ ਗਿਆ ਕਿ ਮੈਨੂੰ ਇਹ ਰਸਮ ਬਿਲਕੁਲ ਵੀ ਪਸੰਦ ਨਹੀਂ। ਫਿਰ ਉਹ ਮੇਰੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗਾ ਤੇ ਹੁਣ ਜਦੋਂ ਵੀ ਮੈਂ ਖੇਤ ਦੇ ਕੰਮ ਤੇ ਜਾਂਦੀ ਤਾਂ ਅਰਸ਼ ਮੇਰੇ ਪਿੱਛੇ ਪਿੱਛੇ ਆਉਂਦਾ। ਹੌਲੀ ਹੌਲੀ ਅਸੀਂ ਦੋਵੇਂ ਇੱਕ ਦੂਜੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਲੱਗੇ। ਇੱਕ ਦੂਜੇ ਨਾਲ ਗੱਲ ਕਰਦੇ ਹੋਏ ਸਾਨੂੰ ਕਦੇ ਅਹਿਸਾਸ ਨਹੀਂ ਹੋਇਆ ਕਿ ਅਸੀਂ ਇੱਕ ਦੂਜੇ ਦੇ ਪਿਆਰ ਵਿੱਚ ਸੀ। ਪਰ ਵਿਆਹ ਦਾ ਨਾਂ ਮੈਨੂੰ ਫਿਰ ਵੀ ਡਰਾਉਂਦਾ ਸੀ। ਮੈਂ ਇਹ ਡਰ ਅਰਸ਼ ਨੂੰ ਵੀ ਜ਼ਾਹਰ ਕੀਤਾ। ਅਰਸ਼ ਮੈਨੂੰ ਸਮਝਾਉਣ ਲੱਗਾ, ਡਰੋ ਨਾ, ਸਾਰੀਆਂ ਕੁੜੀਆਂ ਇਹ ਕਰਦੀਆਂ ਹਨ, ਤੁਸੀਂ ਵੀ ਕਰ ਸਕਦੇ ਹੋ। ਪਰ ਪਤਾ ਨਹੀਂ ਕਿਉਂ ਇਹ ਕਹਿੰਦੇ ਹੋਏ ਅਰਸ਼ ਦੇ ਚਿਹਰੇ ਤੇ ਇੱਕ ਦਰਦ ਦਿਖਾਈ ਦਿੱਤਾ। ਮੈਂ ਉਸ ਦੀਆਂ ਅੱਖਾਂ ਵਿੱਚ ਵੀ ਇਹ ਦਰਦ ਵੇਖ ਸਕਦੀ ਸੀ। ਉਹ ਮੈਨੂੰ ਸਮਝਾਉਂਦੇ ਹੋਏ ਬੋਲਿਆ, ਇਸ ਦਾ ਡਰ ਆਪਣੇ ਮਨ ਵਿੱਚੋਂ ਕੱਢ ਦੋ। ਮੈਂ ਆਪਣੇ ਮਾਤਾ ਪਿਤਾ ਨੂੰ ਤੇਰੇ ਘਰ ਭੇਜਦਾ ਹਾਂ ਤਾਂ ਜੋ ਆਪਣੇ ਰਿਸ਼ਤੇ ਦੀ ਗੱਲ ਕਰ ਲੈਣ। ਨਾਲ ਹੀ ਉਹ ਮੇਰੇ ਵੱਲ ਸ਼ਰਾਰਤੀ ਨਜ਼ਰਾਂ ਨਾਲ ਦੇਖ ਰਿਹਾ ਸੀ। ਮੈਂ ਉਸ ਦੀਆਂ ਅੱਖਾਂ ਵਿੱਚ ਦੇਖਣ ਵਾਲੀ ਸ਼ਰਾਰਤ ਨੂੰ ਦੇਖ ਕੇ ਸ਼ਰਮਿੰਦਾ ਹੋ ਗਈ। ਅਰਸ਼ ਨੇ ਮੇਰੇ ਸਿਰ ਤੇ ਹਲਕਾ ਜਿਹਾ ਥੱਪੜ ਮਾਰਿਆ ਅਤੇ ਚਲਾ ਗਿਆ ਅਤੇ ਮੈਂ ਅਰਸ਼ ਨਾਲ ਆਪਣੀ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਸਜਾਉਣ ਲੱਗੀ। ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਕਿ ਅਰਸ਼, ਜੋ ਵੀ ਪਿੰਡ ਦਾ ਇੱਕ ਪੜ੍ਹਿਆ ਲਿਖਿਆ ਅਤੇ ਮੁਨੀਮ ਹੈ, ਮੇਰੇ ਨਾਲ ਵਿਆਹ ਕਰੇਗਾ ਤੇ ਮੇਰੇ ਨਾਲ ਪਿਆਰ ਕਰ ਬੈਠੇਗਾ। ਮੈਂ ਇਸ ਗੱਲ ਤੇ ਵਿਸ਼ਵਾਸ ਨਹੀਂ ਕਰ ਸਕਦੀ ਸੀ। ਪਰ ਗੱਲ ਜਿੱਥੋਂ ਸ਼ੁਰੂ ਹੁੰਦੀ ਸੀ ਉੱਥੇ ਹੀ ਮੁੱਕ ਜਾਂਦੀ ਸੀ। ਵਿਆਹ ਦਾ ਨਾਮ ਆਉਂਦੇ ਹੀ ਘੋੜੇ ਦੀ ਰਸਮ ਯਾਦ ਆ ਜਾਂਦੀ ਤੇ ਮੇਰੀ ਜਾਨ ਨਿਕਲ ਜਾਂਦੀ। ਮੈਂ ਅਜੇ ਦੋ ਰਾਹੇ ਤੇ ਖੜੀ ਸੀ। ਮੈਂ ਆਪਣੀ ਜ਼ਿੰਦਗੀ ਅਰਸ਼ ਨਾਲ ਬਿਤਾਉਣਾ ਚਾਹੁੰਦੀ ਸੀ, ਪਰ ਘੋੜੇ ਨਾਲ ਦਿਨ ਤਾਂ ਕੀ 1 ਘੰਟਾ ਵੀ ਨਹੀਂ ਬਿਤਾ ਸਕਦੀ ਸੀ। ਜਦੋਂ ਮੈਂ ਘਰ ਪਹੁੰਚੀ ਤਾਂ ਮੇਰੇ ਚਿਹਰੇ ਤੇ ਚਿੰਤਾ ਦੇਖ ਕੇ ਮੇਰੇ ਪਿਤਾ ਜੀ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ। ਮੇਰੇ ਪਿਤਾ ਜੀ ਨਾਲ ਮੇਰੀ ਬਹੁਤ ਚੰਗੀ ਦੋਸਤੀ ਸੀ। ਕੋਈ ਵੀ ਗੱਲ ਮੈਂ ਆਪਣੇ ਪਿਤਾ ਨਾਲ ਸਾਂਝੀ ਕਰ ਲੈਂਦੀ ਸੀ। ਜਦੋਂ ਮੇਰੇ ਪਿਤਾ ਨੇ ਮੈਨੂੰ ਮੇਰੀ ਚਿੰਤਾ ਨਾ ਕਾਰਨ ਪੁੱਛਿਆ ਤਾਂ ਮੈਂ ਉਹਨਾਂ ਨੂੰ ਅਰਸ਼ ਦੀ ਸੱਚਾਈ ਦੱਸੀ ਅਤੇ ਫਿਰ ਮੈਂ ਆਪਣੇ ਪਿਤਾ ਨੂੰ ਵਿਆਹ ਨਾ ਕਰਵਾਉਣ ਦਾ ਕਾਰਨ ਵੀ ਦੱਸਿਆ। ਇਹ ਸੁਣ ਕੇ ਮੇਰਾ ਪਿਤਾ ਜੀ ਖੁਸ਼ੀ ਨਾਲ ਪਾਗਲ ਹੋ ਗਏ ਅਤੇ ਕਹਿਣ ਲੱਗਾ ਕਿ ਬਹੁਤ ਪੜ੍ਹਿਆ ਲਿਖਿਆ ਅਤੇ ਚੰਗਾ ਵਿਅਕਤੀ ਹੈ। ਅਜਿਹੇ ਲੜਕੇ ਦਾ ਰਿਸ਼ਤਾ ਵੱਡੀ ਕਿਸਮਤ ਨਾਲ ਮਿਲਦਾ ਹੈ। ਜੇਕਰ ਅਰਸ਼ ਦੇ ਮਾਤਾ ਪਿਤਾ ਆਪਣੇ ਦਰਵਾਜ਼ੇ ਤੇ ਰਿਸ਼ਤਾ ਲੈ ਕੇ ਆਉਂਦੇ ਹਨ ਤਾਂ ਮੈਂ ਉਹਨਾਂ ਨੂੰ ਕਦੇ ਨਾ ਨਹੀਂ ਕਰਾਂਗਾ। ਜਿੱਥੋਂ ਤੱਕ ਘੋੜੇ ਦਾ ਸੰਬੰਧ ਹੈ, ਉਸ ਨੇ ਅੱਜ ਤੱਕ ਕਿਸੇ ਕੁੜੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਉਹ ਬਹੁਤ ਵਫਾਦਾਰ ਘੋੜਾ ਹੈ। ਹਰ ਵੇਲੇ ਮੁਖੀਆ ਦੇ ਤਵੇਲੇ ਵਿੱਚ ਬੰਦ ਰਹਿੰਦਾ ਹੈ। ਪਿਤਾ ਜੀ ਦੀਆਂ ਗੱਲਾਂ ਸੁਣ ਕੇ ਮੈਂ ਸੋਚਣ ਲਈ ਮਜਬੂਰ ਹੋ ਗਈ। ਮੈਂ ਸਾਰੀ ਰਾਤ ਆਪਣੇ ਆਪ ਨਾਲ ਲੜਦੀ ਰਹੀ ਤੇ ਅੰਤ ਵਿੱਚ ਮੈਂ ਹਾਰ ਗਈ। ਪਰ ਮੈਂ ਇੱਕ ਯੋਜਨਾ ਬਣਾਈ। ਇਸ ਯੋਜਨਾ ਦੇ ਨਾਲ ਮੈਂ ਇਸ ਰਸਮ ਤੋਂ ਬਚ ਸਕਦੀ ਸੀ। ਅਗਲੀ ਦੁਪਹਿਰ ਅਰਸ਼ ਮੈਨੂੰ ਮਿਲਣ ਆਇਆ ਤੇ ਕਹਿਣ ਲੱਗਾ, ਮੇਰੀ ਮਾਂ ਅੱਜ ਸ਼ਾਮ ਨੂੰ ਤੁਹਾਡੇ ਘਰ ਆਵੇਗੀ। ਮੈਂ ਡਰਦਿਆਂ ਹੋਇਆਂ ਉਸ ਨੂੰ ਪੁੱਛਿਆ ਕਿ ਤੁਸੀਂ ਪਿੰਡ ਦੀ ਬਜਾਏ ਸ਼ਹਿਰ ਵਿੱਚ ਵਿਆਹ ਨਹੀਂ ਕਰ ਸਕਦੇ। ਮੇਰੇ ਦੋਵੇਂ ਭਰਾ ਸ਼ਹਿਰ ਵਿੱਚ ਰਹਿੰਦੇ ਹਨ ਅਤੇ ਤੁਸੀਂ ਵੀ ਕੰਮ ਲਈ ਸ਼ਹਿਰ ਜਾਂਦੇ ਰਹਿੰਦੇ ਹੋ। ਮੈਂ ਆਪਣੇ ਭਰਾਵਾਂ ਕੋਲ ਚਲੀ ਜਾਂਦੀ ਹਾਂ। ਤੁਸੀਂ ਉੱਥੇ ਆ ਕੇ ਮੇਰੇ ਨਾਲ ਵਿਆਹ ਕਰ ਲਓ। ਅਰਸ਼ ਮੇਰੇ ਚਿਹਰੇ ਵੱਲ ਧਿਆਨ ਨਾਲ ਦੇਖ ਕੇ ਕਹਿਣ ਲੱਗਾ, ਮੈਨੂੰ ਅਜਿਹਾ ਨਹੀਂ ਲੱਗਦਾ। ਤੁਸੀਂ ਪਿੰਡ ਦੇ ਹੋ। ਪਿੰਡ ਦੀਆਂ ਕੁੜੀਆਂ ਬਹੁਤ ਬਹਾਦਰ ਹੁੰਦੀਆਂ ਹਨ।
ਪਰ ਮੈਂ ਤੁਹਾਨੂੰ ਪਿਆਰ ਕੀਤਾ ਹੈ, ਇਸ ਲਈ ਮੈਂ ਤੁਹਾਨੂੰ ਸਵੀਕਾਰ ਕਰਨ ਲਈ ਤਿਆਰ ਹਾਂ। ਅੱਜ ਮੇਰੀ ਮਾਂ ਤੁਹਾਡੇ ਘਰ ਰਿਸ਼ਤਾ ਲਿਆਵੇਗੀ। ਤੁਸੀਂ ਸ਼ਹਿਰ ਚਲੇ ਜਾਣਾ। ਫਿਰ ਅਗਲੇ ਹਫ਼ਤੇ ਮੈਂ ਵੀ ਆਪਣੇ ਮਾਪਿਆਂ ਨਾਲ ਸ਼ਹਿਰ ਆਵਾਂਗਾ। ਫਿਰ ਅਸੀਂ ਦੋਵੇਂ ਵਿਆਹ ਕਰਵਾ ਲਵਾਂਗੇ। ਅਰਸ਼ ਦੀ ਸਹਿਮਤੀ ਮਿਲਦਿਆਂ ਹੀ ਮੈਂ ਖੁਸ਼ੀ ਨਾਲ ਪਾਗਲ ਹੋ ਗਈ। ਉਹ ਬੜੀ ਆਸਾਨੀ ਨਾਲ ਮੇਰੀ ਗੱਲ ਮੰਨ ਗਿਆ। ਇੰਜ ਜਾਪਦਾ ਸੀ ਜਿਵੇਂ ਉਹ ਵੀ ਘੋੜੇ ਦੀ ਰਸਮ ਤੋਂ ਮੈਨੂੰ ਬਚਾਉਣਾ ਚਾਹੁੰਦਾ ਹੋਵੇ, ਪਰ ਸ਼ਾਇਦ ਮੇਰੀ ਕਿਸਮਤ ਵਿੱਚ ਇਸ ਰਸਮ ਵਿੱਚੋਂ ਲੰਘਣਾ ਲਿਖਿਆ ਸੀ। ਜਦੋਂ ਮੇਰਾ ਵਿਆਹ ਤੈਅ ਹੋ ਗਿਆ, ਮੈਂ ਆਪਣਾ ਸਮਾਨ ਪੈਕ ਕੀਤਾ। ਮੇਰੇ ਪਿਤਾ ਮੈਨੂੰ ਕਾਰ ਵਿੱਚ ਬਿਠਾਉਣ ਲਈ ਪਿੰਡ ਦੇ ਬਾਹਰ ਰਸਤੇ ਉੱਪਰ ਜਾ ਰਹੇ ਸੀ ਤੇ ਮੈਨੂੰ ਬਹੁਤ ਸਲਾਹਾਂ ਦੇ ਰਹੇ ਸਨ ਅਤੇ ਕਹਿ ਰਹੇ ਸਨ ਕਿ ਤੇਰੇ ਦੋਵੇਂ ਭਰਾ ਤੈਨੂੰ ਬੱਸ ਸਟੈਂਡ ਤੋਂ ਲੈ ਜਾਣਗੇ। ਅਸੀਂ ਪਿੰਡ ਤੋਂ ਬਹੁਤ ਦੂਰ ਆ ਗਏ। ਜਦੋਂ ਅਸੀਂ ਬੱਸ ਸਟਾਪ ਤੇ ਪਹੁੰਚਣ ਹੀ ਵਾਲੇ ਸੀ ਤਾਂ ਇੱਕ ਕਾਰ ਸਾਡੇ ਨੇੜੇ ਆ ਕੇ ਰੁਕੀ। ਧੂੜ ਉੱਡ ਰਹੀ ਸੀ। ਮੇਰੇ ਪਿਤਾ ਜੀ ਨੇ ਤੁਰੰਤ ਮੈਨੂੰ ਆਪਣਾ ਮੂੰਹ ਢੱਕਣ ਲਈ ਕਿਹਾ, ਕਿਉਂਕਿ ਇਹ ਮੁਖੀਆ ਦੀ ਕਾਰ ਸੀ। ਅੱਜ ਤੱਕ ਮੈਂ ਕਦੇ ਉਸ ਦੇ ਸਾਹਮਣੇ ਨਹੀਂ ਆਈ ਸੀ। ਮੈਂ ਬਹੁਤ ਡਰੀ ਹੋਈ ਸੀ। ਕਾਰ ਦਾ ਦਰਵਾਜ਼ਾ ਖੁੱਲ੍ਹਿਆ ਤੇ ਮੁਖੀਆ ਕਾਰ ਤੋਂ ਹੇਠਾਂ ਉਤਰ ਗਿਆ। ਪਾਪਾ ਨੇ ਮੁਖੀਆ ਨੂੰ ਨਮਸਕਾਰ ਕੀਤਾ। ਮੈਂ ਵੀ ਹੌਲੀ-ਹੌਲੀ ਉਸ ਨੂੰ ਨਮਸਕਾਰ ਕੀਤਾ। ਮੁਖੀਆ ਨੇ ਮੈਨੂੰ ਉੱਪਰ ਤੋਂ ਹੇਠਾਂ ਤੱਕ ਦੇਖਿਆ ਅਤੇ ਮੇਰੇ ਪਿਤਾ ਜੀ ਨੂੰ ਪੁੱਛਣ ਲੱਗੇ, ਰਾਜੀਵ, ਇਹ ਤੁਹਾਡੇ ਨਾਲ ਕੌਣ ਹੈ ਅਤੇ ਲੁਕਾ ਕੇ ਇਸ ਨੂੰ ਇੱਥੇ ਲੈ ਕੇ ਜਾ ਰਹੇ ਹੋ? ਮੇਰੇ ਪਿਤਾ ਨੇ ਡਰਦੇ ਹੋਏ ਕਿਹਾ, ਜਨਾਬ, ਇਹ ਮੇਰੀ ਬੇਟੀ ਹੈ ਅਤੇ ਮੈਂ ਇਸ ਨੂੰ ਆਪਣੇ ਪੁੱਤਰਾਂ ਕੋਲ ਸ਼ਹਿਰ ਭੇਜ ਰਿਹਾ ਹਾਂ। ਪਿਤਾ ਜੀ ਦੀਆਂ ਗੱਲਾਂ ਸੁਣ ਕੇ ਮੁਖੀਆ ਹੈਰਾਨੀ ਨਾਲ ਦੇਖਣ ਲੱਗਾ ਤੇ ਬੋਲਿਆ, ਰਾਜੀਵ, ਮੈਂ ਸਮਝਦਾ ਸੀ ਕਿ ਤੇਰੇ 2 ਪੁੱਤਰ ਹਨ। ਤੇਰੇ ਤਾਂ ਇੱਕ ਧੀ ਵੀ ਹੈ। ਇਹ ਤਾਂ ਮੈਨੂੰ ਪਤਾ ਨਹੀਂ ਸੀ। ਫਿਰ ਮੁਖੀਆ ਦੇ ਨੌਕਰ ਨੇ ਮੁਖੀਆ ਦੇ ਕੰਨ ਵਿੱਚ ਆ ਕੇ ਕੁਝ ਕਿਹਾ। ਇਹ ਸੁਣਦੇ ਹੀ ਮੁਖੀਆ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗੇ, ਰਾਜੀਵ, ਇਹ ਮੈਂ ਕੀ ਸੁਣ ਰਿਹਾ ਹਾਂ? ਤੁਹਾਡੀ ਧੀ 24 ਸਾਲ ਦੀ ਹੋ ਗਈ ਹੈ ਅਤੇ ਤੁਸੀਂ ਅਜੇ ਤੱਕ ਉਸ ਦਾ ਵਿਆਹ ਨਹੀਂ ਕੀਤਾ ਹੈ ਅਤੇ ਤੁਸੀਂ ਆਪਣੀ ਧੀ ਨੂੰ ਆਪਣੇ ਪੁੱਤਰਾਂ ਕੋਲ ਉਸ ਦਾ ਵਿਆਹ ਕਰਵਾਉਣ ਲਈ ਭੇਜ ਰਹੇ ਹੋ। ਅੱਜ ਤੱਕ ਸਾਡੇ ਪਿੰਡ ਵਿੱਚ ਅਜਿਹਾ ਨਹੀਂ ਹੋਇਆ ਕਿ ਸਾਡੇ ਪਿੰਡ ਦੀਆਂ ਧੀਆਂ ਸ਼ਹਿਰ ਜਾ ਕੇ ਵਿਆਹ ਕਰਨ। ਪਿੰਡ ਦੀਆਂ ਸਾਰੀਆਂ ਧੀਆਂ ਦੇ ਵਿਆਹ ਪਿੰਡ ਦੇ ਅੰਦਰ ਹੀ ਕੀਤੇ ਗਏ ਨੇ ਅਤੇ ਪੂਰੇ ਰੀਤੀ ਰਿਵਾਜਾਂ ਨਾਲ ਹੋਏ ਹਨ। ਮੈਂ ਡਰ ਨਾਲ ਕੰਬਣ ਲੱਗੀ। ਮੁਖੀਆ ਦੇ ਨੌਕਰ ਨੇ ਸ਼ਾਇਦ ਮੇਰੇ ਬਾਰੇ ਸੁਣਿਆ ਹੋਵੇਗਾ। ਮੁਖੀਆ ਨੇ ਫਿਰ ਗੁੱਸੇ ਨਾਲ ਕਿਹਾ, ਰਾਜੀਵ, ਮੈਂ ਜਾਣਦਾ ਹਾਂ ਕਿ ਤੁਹਾਡਾ ਪਰਿਵਾਰ ਪਿੰਡ ਦੇ ਬਾਕੀ ਪਰਿਵਾਰਾਂ ਨਾਲੋਂ ਥੋੜ੍ਹਾ ਵੱਖਰਾ ਹੈ। ਤੁਹਾਡੇ ਪੁੱਤਰ ਵੀ ਪੜ੍ਹੇ ਲਿਖੇ ਹਨ ਅਤੇ ਸ਼ਹਿਰ ਵਿੱਚ ਨੌਕਰੀ ਕਰਦੇ ਹਨ। ਤੁਹਾਡੇ ਘਰ ਦਾ ਮਾਹੌਲ ਵੀ ਪਿੰਡ ਦੇ ਮਾਹੌਲ ਨਾਲੋਂ ਵੱਖਰਾ ਹੈ, ਥੋੜ੍ਹਾ ਸ਼ਹਿਰੀ। ਪਰ ਇਸ ਦਾ ਇਹ ਮਤਲਬ ਬਿਲਕੁਲ ਵੀ ਨਹੀਂ ਕਿ ਤੁਸੀਂ ਪਿੰਡ ਦੇ ਰੀਤੀ ਰਿਵਾਜਾਂ ਨੂੰ ਭੁੱਲ ਜਾਓ। ਜੇ ਪਿੰਡ ਦੀਆਂ ਰੀਤੀ ਰਸਮਾਂ ਭੁੱਲ ਕੇ ਵਿਆਹ ਕਰ ਲਿਆ ਤਾਂ ਤੁਹਾਨੂੰ ਪਿੰਡੋਂ ਬੇਦਖਲ ਕੀਤਾ ਜਾਵੇਗਾ। ਮੁਖੀਆ ਦੀਆਂ ਗੱਲਾਂ ਸੁਣ ਕੇ ਪਾਪਾ ਡਰ ਗਏ। ਡਰਦੇ ਹੋਏ ਬੋਲੇ, ਨਹੀਂ ਮੁਖੀਆ ਸਾਹਿਬ, ਅਜਿਹਾ ਨਹੀਂ ਹੈ। ਵਿਆਹ ਤਾਂ ਤੁਹਾਡੇ ਮੁਨੀਮ ਅਰਸ਼ ਨਾਲ ਹੀ ਹੋ ਰਿਹਾ ਹੈ, ਪਰ ਉਸ ਦੇ ਭਰਾ ਆਪਣੀ ਭੈਣ ਦਾ ਵਿਆਹ ਸ਼ਹਿਰ ਵਿੱਚ ਧੂਮ-ਧਾਮ ਨਾਲ ਕਰਨਾ ਚਾਹੁੰਦੇ ਹਨ। ਮੁਖੀਆ ਨੇ ਗੁੱਸੇ ਨਾਲ ਕਿਹਾ, ਰਾਜੀਵ, ਆਪਣੀ ਧੀ ਨਾਲ ਵਾਪਸ ਚਲਾ ਜਾ। ਪਹਿਲਾਂ ਪਿੰਡ ਵਿੱਚ ਵਿਸ਼ੇਸ਼ ਰਸਮਾਂ ਕਰਵਾਓ। ਚਾਹੇ ਤੁਸੀਂ ਆਪਣੀ ਧੀ ਦਾ ਵਿਆਹ ਸ਼ਹਿਰ ਵਿੱਚ ਕਰਵਾਉਣਾ, ਚਾਹੇ ਵਿਦੇਸ਼ ਵਿੱਚ। ਪਰ ਜਦੋਂ ਤੱਕ ਪਿੰਡ ਵਿੱਚ ਖਾਸ ਰਸਮਾਂ ਨਹੀਂ ਕਰਵਾਉਂਦੇ ਤਾਂ ਤੁਹਾਨੂੰ ਬਾਗੀਆਂ ਵਾਂਗ ਸਮਝਿਆ ਜਾਵੇਗਾ ਅਤੇ ਤੁਹਾਡੇ ਪਿੰਡ ਵਿੱਚ ਰਹਿਣਾ ਮੁਸ਼ਕਲ ਹੋ ਜਾਵੇਗਾ। ਮੁਖੀਆ ਦੀਆਂ ਗੱਲਾਂ ਸੁਣ ਕੇ ਮੈਂ ਡਰ ਨਾਲ ਕੰਬਣ ਲੱਗੀ। ਹੁਣ ਇਹ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਸੀ ਕਿ ਮੈਂ ਇਸ ਰਸਮ ਤੋਂ ਬਚ ਜਾਂਦੀ। ਨਾ ਚਾਹੁੰਦੇ ਹੋਏ ਵੀ ਹੁਣ ਮੈਨੂੰ ਵਿਆਹ ਕਰਨਾ ਪੈਣਾ ਸੀ। ਮੇਰੀ ਬੇਬਸੀ ਕਾਰਨ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੇਰੇ ਪਿਤਾ ਜੀ ਨੇ ਮੁਖੀਆ ਤੋਂ ਹੱਥ ਜੋੜ ਕੇ ਮਾਫ਼ੀ ਮੰਗੀ ਅਤੇ ਫਿਰ ਮੇਰਾ ਹੱਥ ਫੜ ਕੇ ਮੈਨੂੰ ਘਰ ਵਾਪਸ ਲੈ ਆਏ। ਅਸੀਂ ਘਰ ਆ ਗਏ। ਪਾਪਾ ਬਹੁਤ ਪਰੇਸ਼ਾਨ ਲੱਗ ਰਹੇ ਸਨ। ਉਹਨਾਂ ਦੇ ਚਿਹਰੇ ਤੇ ਡਰ ਸਾਫ਼ ਝਲਕ ਰਿਹਾ ਸੀ। ਪਾਪਾ ਡਰ ਗਏ ਸਨ ਕਿ ਸ਼ਾਇਦ ਮੁਖੀਆ ਉਸ ਦੇ ਖਿਲਾਫ ਕੋਈ ਸਖਤ ਫੈਸਲਾ ਨਾ ਸੁਣਾ ਦੇਵੇ। ਪਤਾ ਨਹੀਂ ਕਿਉਂ ਪਿੰਡ ਦੇ ਬਜ਼ੁਰਗ ਪਿੰਡ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ। ਜੇਕਰ ਪਿਤਾ ਜੀ ਚਾਹੁੰਦੇ ਤਾਂ ਉਸ ਪਿੰਡ ਨਾਲੋਂ ਰਿਸ਼ਤਾ ਖਤਮ ਕਰ ਦਿੰਦੇ ਅਤੇ ਅਸੀਂ ਸ਼ਹਿਰ ਵਿੱਚ ਆ ਕੇ ਵੱਸ ਸਕਦੇ ਸੀ। ਪਰ ਪਿਤਾ ਜੀ ਅਜਿਹਾ ਨਹੀਂ ਕਰ ਸਕੇ ਕਿਉਂਕਿ ਪਿਤਾ ਜੀ ਨੂੰ ਆਪਣੇ ਪਿੰਡ ਦੀ ਮਿੱਟੀ ਨਾਲ ਬਹੁਤ ਪਿਆਰ ਹੈ। ਜੇਕਰ ਪਾਪਾ ਨੂੰ ਇਸ ਪਿੰਡ ਤੋਂ ਦੂਰ ਕਰ ਦਿੱਤਾ ਜਾਂਦਾ ਤਾਂ ਉਹ ਸ਼ਾਇਦ ਹੀ ਬਚ ਸਕਦੇ ਅਤੇ ਇਹ ਡਰ ਉਹਨਾਂ ਦੇ ਚਿਹਰੇ ਤੇ ਸਾਫ਼ ਝਲਕ ਰਿਹਾ ਸੀ। ਮੈਂ ਪਿਤਾ ਦੀ ਇਸ ਮੁਸੀਬਤ ਨੂੰ ਨਾ ਦੇਖ ਸਕੀ
ਅਤੇ ਮੈਂ ਪਿਤਾ ਦੇ ਪੈਰਾਂ ਕੋਲ ਬੈਠ ਗਈ ਅਤੇ ਮੈਂ ਰੋਂਦੇ ਹੋਏ ਕਿਹਾ, ਪਿਤਾ ਜੀ, ਮੇਰੇ ਕਾਰਨ ਪਰੇਸ਼ਾਨ ਨਾ ਹੋ। ਮੈਂ ਇੱਥੇ ਹੀ ਵਿਆਹ ਕਰਵਾ ਲਵਾਂਗੀ ਅਤੇ ਇਹ ਖਾਸ ਰਸਮ ਨੂੰ ਵੀ ਜ਼ਰੂਰ ਨਿਭਾਵਾਂਗੀ। ਮੈਂ ਚੁੱਪਚਾਪ ਘੋੜੇ ਦੀ ਰਸਮ ਨੂੰ ਕਰ ਲਵਾਂਗੀ। ਪਰ ਪਾਪਾ, ਮੈਂ ਤੁਹਾਡੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦੀ। 2 ਦਿਨ ਬਾਅਦ ਮੈਂ ਦੁਲਹਨ ਬਣ ਕੇ ਇਸ ਰਸਮ ਨੂੰ ਪੂਰਾ ਕਰਨ ਲਈ ਜਾਣਾ ਸੀ। ਰਸਮ ਤੋਂ 1 ਦਿਨ ਪਹਿਲਾਂ ਅਰਸ਼ ਮੇਰੇ ਕੋਲ ਆਇਆ। ਉਹ ਕਹਿਣ ਲੱਗਾ, ਅੰਜਨਾ, ਮੁਖੀਆ ਸਾਹਿਬ ਬਹੁਤ ਗੁੱਸੇ ਸਨ ਅਤੇ ਕਹਿ ਰਹੇ ਸਨ ਕਿ ਤੁਸੀਂ ਮੇਰੇ ਮੁਨੀਮ ਹੋ ਕੇ ਵੀ ਮੇਰੇ ਤੋਂ ਗੱਲਾਂ ਛੁਪਾ ਰਹੇ ਹੋ। ਆਪਣੇ ਵਿਆਹ ਦੀ ਗੱਲ ਕਿਉਂ ਛੁਪਾਈ? ਅਰਸ਼, ਮੈਂ ਸਾਰਿਆਂ ਨੂੰ ਕਿਹਾ ਸੀ ਕਿ ਮੈਂ ਇਸ ਰਸਮ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਮੇਰੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ, ਪਰ ਮੈਂ ਆਪਣੇ ਮਾਤਾ ਪਿਤਾ ਨੂੰ ਉਦਾਸ ਨਹੀਂ ਦੇਖ ਸਕਦੀ ਸੀ ਅਤੇ ਨਾ ਹੀ ਆਪਣੀ ਖੁਸ਼ੀ ਨੂੰ ਛੱਡ ਸਕਦੀ ਸੀ। ਮੈਂ ਮਜਬੂਰੀ ਬਸ ਇਸ ਰਸਮ ਨੂੰ ਕਰਨ ਲਈ ਤਿਆਰ ਹੋਈ ਹਾਂ। ਉਸ ਨੇ ਮੇਰਾ ਹੱਥ ਫੜ ਕੇ ਮੈਨੂੰ ਦਿਲਾਸਾ ਦਿੱਤਾ, ਅੰਜਨਾ, ਬਿਲਕੁਲ ਵੀ ਚਿੰਤਾ ਨਾ ਕਰੋ। ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਇਸ ਰਸਮ ਦੌਰਾਨ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਜੇਕਰ ਤੁਹਾਨੂੰ ਆਪਣੇ ਅਰਸ਼ ਤੇ ਭਰੋਸਾ ਹੈ ਤਾਂ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ। ਇਹ ਰਸਮ ਬਿਨਾਂ ਚਿੰਤਾ ਦੇ ਕਰੋ। ਅਰਸ਼ ਮੈਨੂੰ ਦਿਲਾਸਾ ਦੇ ਕੇ ਚਲਾ ਗਿਆ ਸੀ, ਪਰ ਮੈਂ ਸਾਰੀ ਰਾਤ ਜਾਗ ਕੇ ਗੁਜ਼ਾਰੀ। ਅਗਲੇ ਦਿਨ ਸਵੇਰੇ 10 ਵਜੇ ਮੈਨੂੰ ਦੁਲਹਨ ਵਾਂਗ ਸਜਾਇਆ ਗਿਆ। ਮੇਰੇ ਪਿਤਾ ਜੀ ਨੇ ਮੈਨੂੰ ਉਸ ਖੇਤ ਵੱਲ ਲੈ ਗਏ, ਉਸ ਮੈਦਾਨ ਵਿੱਚ ਜਿੱਥੇ ਮੈਂ ਬਿਮਲਾ ਨੂੰ ਪਹਿਲੀ ਵਾਰ ਇਸ ਰਸਮ ਨੂੰ ਕਰਦੇ ਦੇਖਿਆ ਸੀ। ਮੈਦਾਨ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ। ਮੁਖੀਆ ਵੀ ਹਾਜ਼ਰ ਸਨ। ਮੁਖੀਆ ਦਾ ਇੱਕ ਨੌਕਰ ਮੈਨੂੰ ਲੈ ਕੇ ਘੋੜੇ ਵੱਲ ਜਾਣ ਲੱਗਾ। ਮੈਂ ਪਰਦੇ ਨਾਲ ਆਪਣਾ ਚਿਹਰਾ ਛੁਪਾਇਆ ਹੋਇਆ ਸੀ, ਪਰ ਉਸ ਦੇ ਹੇਠਾਂ ਵੀ ਮੈਂ ਮੁਖੀ ਦੇ ਪਿੱਛੇ ਖੜੇ ਅਰਸ਼ ਨੂੰ ਸਾਫ਼ ਦੇਖ ਸਕਦੀ ਸੀ। ਪਿੰਡ ਦੇ ਸਾਰੇ ਮਰਦਾਂ ਦੀਆਂ ਨਜ਼ਰਾਂ ਮੇਰੇ ਤੇ ਟਿਕੀਆਂ ਹੋਈਆਂ ਸਨ। ਜਿਵੇਂ ਹੀ ਮੈਨੂੰ ਘੋੜੇ ਦੇ ਕੋਲ ਲਿਜਾਇਆ ਗਿਆ, ਘੋੜੇ ਨੇ ਆਪਣੀ ਜੀਭ ਕੱਢੀ ਅਤੇ ਮੈਨੂੰ ਚੱਟਣਾ ਸ਼ੁਰੂ ਕਰ ਦਿੱਤਾ। ਮੈਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਉਸੇ ਸਮੇਂ ਮੈਂ ਡਰੀ ਹੋਈ ਸੀ। ਘੋੜੇ ਨੇ ਚੱਟਦੇ ਹੋਏ ਆਪਣੀ ਗਰਦਨ ਮੇਰੇ ਸਰੀਰ ਤੇ ਰਗੜਨੀ ਸ਼ੁਰੂ ਕਰ ਦਿੱਤੀ। ਉਹ ਮੇਰੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਰਿਹਾ ਸੀ ਅਤੇ ਮੈਂ ਇਹ ਸਭ ਕੁਝ ਬਰਦਾਸ਼ਤ ਕਰ ਰਹੀ ਸੀ। ਮੈਂ ਬਿਮਲਾ ਵਾਂਗ ਚੀਕ ਨਹੀਂ ਮਾਰ ਰਹੀ ਸੀ, ਕਿਉਂਕਿ ਮੈਂ ਆਪਣੇ ਬਿਮਾਰ ਪਿਤਾ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ। ਫਿਰ ਉਸ ਤੋਂ ਬਾਅਦ ਮੈਨੂੰ ਘੋੜੇ ਦੀ ਪਿੱਠ ਤੇ ਬਿਠਾ ਦਿੱਤਾ ਗਿਆ। ਘੋੜਾ ਮੈਨੂੰ ਜੰਗਲਾਂ ਵੱਲ ਲੈ ਗਿਆ। ਮੇਰੇ ਸਿਰ ਤੋਂ ਚੁੰਨੀ ਲੈ ਗਈ ਤੇ ਪਤਾ ਨਹੀਂ ਕਿੱਥੇ ਡਿੱਗ ਗਈ। ਡਰ ਕਾਰਨ ਮੇਰਾ ਬੁਰਾ ਹਾਲ ਸੀ। ਮੈਂ ਨਹੀਂ ਜਾਣਦੀ ਸੀ ਕਿ ਘੋੜਾ ਮੇਰੇ ਨਾਲ ਕੀ ਕਰਨ ਜਾ ਰਿਹਾ ਸੀ। ਉਹ ਸੁਨਸਾਨ ਰਾਹਾਂ ਵਿੱਚੋਂ ਆਪਣੀ ਰਫ਼ਤਾਰ ਨਾਲ ਦੌੜ ਰਿਹਾ ਸੀ। ਇੰਜ ਜਾਪਦਾ ਸੀ ਜਿਵੇਂ ਘੋੜੇ ਨੂੰ ਰਸਤੇ ਬਾਰੇ ਪਹਿਲਾਂ ਤੋਂ ਹੀ ਪਤਾ ਹੋਵੇ। ਜਦੋਂ ਘੋੜਾ ਜੰਗਲ ਦੇ ਵਿਚਕਾਰ ਪਹੁੰਚਿਆ ਤਾਂ ਮੇਰਾ ਉੱਪਰਲਾ ਸਾਹ ਉੱਪਰ ਤੇ ਹੇਠਲਾ ਸਾਹ ਹੇਠਾਂ ਰਹਿ ਗਿਆ, ਕਿਉਂਕਿ ਜੰਗਲ ਦੇ ਵਿਚਕਾਰ ਇੱਕ ਮਹਿਲ ਸੀ। ਘੋੜਾ ਉਸ ਆਲੀਸ਼ਾਨ ਘਰ ਦੇ ਸਾਹਮਣੇ ਆਪਣੇ ਆਪ ਰੁਕ ਗਿਆ। ਮੈਂ ਡਿੱਗਦੀ ਹੋਈ ਘੋੜੇ ਤੋਂ ਉਤਰੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕਿੱਥੇ ਜਾਵਾਂ। ਘੋੜਾ ਮੈਨੂੰ ਚੱਟ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਰਿਹਾ ਸੀ। ਉਦੋਂ ਹੀ ਦੂਜੇ ਰਸਤੇ ਤੋਂ ਇੱਕ ਕਾਰ ਮੇਰੇ ਨੇੜੇ ਆ ਕੇ ਰੁਕੀ। ਮੈਂ ਡਰ ਕੇ 2 ਕਦਮ ਪਿੱਛੇ ਹਟ ਗਈ, ਪਰ ਮੁਖੀਆ ਨੂੰ ਕਾਰ ਤੋਂ ਹੇਠਾਂ ਉਤਰਦਿਆਂ ਦੇਖ ਕੇ ਮੈਂ ਹੈਰਾਨ ਰਹਿ ਗਈ। ਆਖਰ ਇੱਥੇ ਪਿੰਡ ਦੇ ਮੁਖੀ ਦਾ ਕੀ ਕੰਮ ਹੈ? ਮੁਖੀਆ ਮੇਰੇ ਕੋਲ ਆ ਕੇ ਖੜਾ ਹੋ ਗਿਆ। ਉਹ ਮੇਰੇ ਵੱਲ ਬੜੀ ਅਜੀਬ ਜਿਹੀ ਨਜ਼ਰਾਂ ਨਾਲ ਦੇਖਣ ਲੱਗਾ। ਮੈਂ ਮਹਿਸੂਸ ਕਰ ਸਕਦੀ ਕਿ ਉਸ ਦੀਆਂ ਅੱਖਾਂ ਮੇਰੇ ਸਰੀਰ ਨੂੰ ਪਾਰ ਕਰ ਰਹੀਆਂ ਸਨ। ਮੈਂ ਆਪਣੇ ਆਪ ਨੂੰ ਆਪਣੇ ਹੱਥਾਂ ਨਾਲ ਢੱਕਣ ਲੱਗੀ, ਕਿਉਂਕਿ ਮੇਰੀ ਚੁੰਨੀ ਤਾਂ ਪਤਾ ਨਹੀਂ ਕਿੱਥੇ ਡਿੱਗ ਗਈ ਸੀ। ਮੁਖੀਆ ਮੇਰੇ ਸਰੀਰ ਦੀ ਹਰ ਇੱਕ ਅੰਗ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ। ਮੁਖੀਆ ਨੇ ਮੇਰੀਆਂ ਗੱਲਾਂ ਤੇ ਉਂਗਲਾਂ ਰੱਖ ਕੇ ਕਿਹਾ, ਤੂੰ ਬਹੁਤ ਸੋਹਣੀ ਹੈ, ਪਰ ਤੇਰੀ ਉਮਰ ਲੰਘ ਗਈ ਹੈ। ਜੇ ਤੂੰ ਛੋਟੀ ਉਮਰੇ ਮੇਰੇ ਕੋਲ ਆਈ ਹੁੰਦੀ ਤਾਂ ਮੈਂ ਹੋਰ ਖੁਸ਼ ਹੋਣਾ ਸੀ। ਇਹ ਕਹਿ ਕੇ ਮੁਖੀਆ ਨੇ ਮੈਨੂੰ ਗੋਦ ਵਿੱਚ ਲੈ ਲਿਆ। ਇੰਜ ਲੱਗ ਰਿਹਾ ਸੀ ਜਿਵੇਂ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਹੋਵੇ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ। ਕੀ ਇਹ ਸਭ ਸੱਚ ਹੈ ਜਾਂ ਸਿਰਫ ਇੱਕ ਸੁਪਨਾ ਹੈ? ਮੈਂ ਆਪਣੇ ਆਪ ਨੂੰ ਮੁਖੀਆ ਦੀ ਗੁਲਾਮੀ ਤੋਂ ਛੁਡਾਉਣ ਦੀ ਅਸਫਲ ਕੋਸ਼ਿਸ਼ ਕੀਤੀ। ਮੁਖੀਆ ਦੀ ਪਕੜ ਮਜ਼ਬੂਤ ਸੀ। ਮੈਂ ਉਸ ਤੋਂ ਛੁਟਕਾਰਾ ਨਹੀਂ ਪਾ ਸਕੀ। ਫਿਰ ਵੀ ਮੈਂ ਹੱਥ ਪੈਰ ਚਲਾ ਰਹੀ ਸੀ। ਖਿੱਚਦਿਆਂ ਹੋਏ ਉਹ ਮੈਨੂੰ ਘਰ ਦੇ ਅੰਦਰ ਲੈ ਜਾਣਾ ਚਾਹੁੰਦਾ ਸੀ, ਪਰ ਮੈਂ ਵੀ ਪਿੰਡ ਦੀ ਕੁੜੀ ਸੀ। ਮੈਂ ਆਪਣੀ ਪੂਰੀ ਤਾਕਤ ਨਾਲ ਮੁਖੀਆ ਨੂੰ ਧੱਕਾ ਦਿੱਤਾ, ਇਸ ਤੋਂ ਪਹਿਲਾਂ ਕਿ ਮੈਂ ਉੱਥੋਂ ਭੱਜ ਜਾਂਦੀ। ਮੁਖੀਆ ਨੇ ਮੈਨੂੰ ਫਿਰ ਫੜ ਲਿਆ। ਉਹ ਮੈਨੂੰ ਘਰ ਦੇ ਬਾਹਰ ਆਪਣੇ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ।
ਮੁਖੀਆ ਦੇ ਨੌਕਰ ਇਹ ਤਮਾਸ਼ਾ ਦੇਖ ਰਹੇ ਸਨ। ਇੰਜ ਲੱਗਦਾ ਸੀ ਜਿਵੇਂ ਉਹਨਾਂ ਲਈ ਕੁਝ ਨਵਾਂ ਨਹੀਂ ਸੀ। ਮੈਂ ਉੱਚੀ ਉੱਚੀ ਰੋ ਰਹੀ ਸੀ। ਮੈਂ ਆਪਣੇ ਆਪ ਨੂੰ ਬਚਾਉਣ ਲਈ ਹੱਥ ਪੈਰ ਚਲਾ ਰਹੀ ਸੀ। ਕੋਲ ਖੜਾ ਘੋੜਾ ਇਹ ਸਭ ਦੇਖਦਾ ਰਿਹਾ ਸੀ। ਇੰਜ ਜਾਪਦਾ ਸੀ ਜਿਵੇਂ ਘੋੜੇ ਨੂੰ ਗੁੱਸਾ ਆ ਰਿਹਾ ਹੋਵੇ। ਅਚਾਨਕ ਘੋੜੇ ਦੇ ਸਿਰ ਤੇ ਮੀਂਹ ਪੈਣ ਲੱਗਾ। ਜਦੋਂ ਤੱਕ ਮੁਖੀਆ ਦੇ ਨੌਕਰ ਗੱਡੀ ਤੋਂ ਉਤਰ ਕੇ ਮੁਖੀਆ ਕੋਲ ਆਏ, ਘੋੜੇ ਨੇ ਮੁਖੀਆ ਦਾ ਕੰਮ ਲੱਤ ਮਾਰ ਕੇ ਪੂਰਾ ਕਰ ਦਿੱਤਾ ਸੀ। ਨੌਕਰ ਖੜੇ ਹੋ ਕੇ ਤਮਾਸ਼ਾ ਦੇਖ ਰਹੇ ਸਨ। ਜਦੋਂ ਘੋੜੇ ਨੂੰ ਯਕੀਨ ਹੋ ਗਿਆ ਕਿ ਮੁਖੀਆ ਦਾ ਕੰਮ ਹੋ ਗਿਆ ਹੈ ਤਾਂ ਉਹ ਦੁਬਾਰਾ ਮੇਰੇ ਕੋਲ ਆਇਆ ਅਤੇ ਆਪਣੀ ਜੀਭ ਕੱਢ ਕੇ ਮੈਨੂੰ ਪਿਆਰ ਕਰਨ ਲੱਗਾ। ਪਰ ਇਸ ਵਾਰ ਵੀ ਮੈਂ ਉਸ ਨੂੰ ਪਿਆਰ ਕਰਨ ਦੇ ਕਾਬਲ ਨਹੀਂ ਸੀ। ਪਰ ਮੈਂ ਇਹ ਨਹੀਂ ਸਮਝ ਸਕੀ ਕਿ ਘੋੜੇ ਨੇ ਆਪਣੇ ਹੀ ਮਾਲਕ ਨਾਲ ਅਜਿਹਾ ਕਿਉਂ ਕੀਤਾ। ਥੋੜੀ ਦੇਰ ਬਾਅਦ ਮੁਖੀਆ ਦਾ ਇੱਕ ਨੌਕਰ ਮੇਰੇ ਕੋਲ ਆਇਆ ਅਤੇ ਆਪਣੇ ਮੋਢਿਆਂ ਤੋਂ ਚਾਦਰ ਲਾ ਕੇ ਮੈਨੂੰ ਦੇ ਦਿੱਤੀ। ਦੋਵੇਂ ਨੌਕਰ ਹੱਥ ਜੋੜ ਕੇ ਮੇਰੇ ਸਾਹਮਣੇ ਖੜੇ ਹੋ ਕੇ ਕਹਿਣ ਲੱਗੇ, ਅਸੀਂ ਮਜਬੂਰੀ ਬਸ ਇਹ ਤਮਾਸ਼ਾ ਦੇਖਦੇ ਰਹੇ ਸੀ। ਜੇ ਉਹ ਮੁਖੀਆ ਦੇ ਵਿਰੁੱਧ ਜਾਂਦੇ ਹਨ ਤਾਂ ਉਹ ਸਾਡੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਸੀਂ ਇਹ ਤਮਾਸ਼ਾ ਕਾਫੀ ਦੇਰ ਤੋਂ ਦੇਖਦੇ ਆ ਰਹੇ ਹਾਂ। ਪਤਾ ਨਹੀਂ ਕਦੋਂ ਤੋਂ ਉਹ ਪਿੰਡ ਦੀਆਂ ਜਵਾਨ ਅਤੇ ਛੋਟੀਆਂ ਉਮਰਾਂ ਦੀਆਂ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਆ ਰਿਹਾ ਹੈ। ਆਪਣੀ ਬਾਸ਼ਨਾ ਮਟਾਉਣ ਤੋਂ ਬਾਅਦ ਮੁਖੀਆ ਕੁੜੀਆਂ ਨੂੰ ਵਾਪਸ ਭੇਜ ਦਿੰਦਾ ਸੀ ਅਤੇ ਉਹਨਾਂ ਨੂੰ ਇੰਨਾ ਡਰਾਉਂਦਾ ਸੀ ਕਿ ਗਰੀਬ ਕੁੜੀਆਂ ਆਪਣਾ ਮੂੰਹ ਨਾ ਖੋਲ੍ਹਣ। ਦੱਸੋ ਕੀ ਹੋਇਆ? ਸਾਨੂੰ ਸਮਝ ਨਹੀਂ ਆਇਆ, ਕਿਉਂਕਿ ਇਹ ਮੁਖੀਆ ਦਾ ਸਿਖਾਇਆ ਘੋੜਾ ਸੀ ਜੋ ਹਰ ਗੱਲ ਮੰਨ ਕੇ ਕੁੜੀਆਂ ਨੂੰ ਇਸ ਘਰ ਵਿੱਚ ਲਿਆਉਂਦਾ ਸੀ। ਪਰ ਪਤਾ ਨਹੀਂ ਅੱਜ ਉਸ ਨੂੰ ਇੰਨਾ ਗੁੱਸਾ ਕਿਉਂ ਆ ਗਿਆ ਅਤੇ ਉਸ ਨੇ ਮੁਖੀਆ ਨੂੰ ਮਾਰ ਦਿੱਤਾ। ਮੈਨੂੰ ਵੀ ਸਮਝ ਨਹੀਂ ਆ ਰਹੀ ਸੀ ਕਿ ਘੋੜੇ ਨੇ ਮੇਰਾ ਸਾਥ ਕਿਉਂ ਦਿੱਤਾ। ਫਿਰ ਦੋਵੇਂ ਨੌਕਰਾਂ ਨੇ ਮੈਨੂੰ ਅਗਲੇ ਦਿਨ ਤੱਕ ਉਸੇ ਘਰ ਵਿੱਚ ਰੱਖਿਆ। ਮੁਖੀਆ ਦਾ ਸੰਸਕਾਰ ਜੰਗਲ ਵਿੱਚ ਹੀ ਕਰ ਦਿੱਤਾ ਗਿਆ। ਸ਼ਾਮ ਨੂੰ ਨੌਕਰਾਂ ਨੇ ਮੈਨੂੰ ਘੋੜੇ ਤੇ ਪਿੰਡ ਵੱਲ ਭੇਜ ਦਿੱਤਾ ਅਤੇ ਮੇਰੇ ਮਾਤਾ ਪਿਤਾ ਮੈਨੂੰ ਸਹੀ ਸਲਾਮਤ ਦੇਖ ਕੇ ਬਹੁਤ ਖੁਸ਼ ਹੋਏ। ਅਗਲਾ ਦਿਨ ਸਾਡਾ ਸਾਰਾ ਪਿੰਡ ਗੱਲਾਂ ਕਰਨ ਲੱਗਾ ਕਿ ਮੁਖੀਆ ਜੰਗਲ ਵਿੱਚ ਸ਼ਿਕਾਰ ਕਰਨ ਗਿਆ ਸੀ। ਪਤਾ ਨਹੀਂ ਫਿਰ ਵਾਪਸ ਕਿਉਂ ਨਹੀਂ ਆਇਆ। ਹੋ ਸਕਦਾ ਹੈ ਕਿ ਕੁਝ ਜੰਗਲ ਜਾਨਵਰਾਂ ਨੇ ਉਹਨਾਂ ਤੇ ਹਮਲਾ ਕਰਕੇ ਉਹਨਾਂ ਦਾ ਸ਼ਿਕਾਰ ਕੀਤਾ ਹੋਵੇ। ਪਿੰਡ ਵਿੱਚ ਹਰ ਕੋਈ ਉਦਾਸ ਸੀ, ਪਰ ਅੰਦਰੋਂ ਮੈਂ ਖੁਸ਼ ਸੀ। ਤਾਂ ਸ਼ਾਇਦ ਉਹ ਕੁੜੀਆਂ ਵੀ ਬਹੁਤ ਖੁਸ਼ ਹੋਈਆਂ ਹੋਣਗੀਆਂ ਜੋ ਉਸ ਜ਼ਾਲਮ ਦੀ ਹਵਸ ਦਾ ਸ਼ਿਕਾਰ ਹੋ ਗਈਆਂ ਸਨ। ਮੁਖੀਆ ਦੇ ਨੌਕਰਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਪਿੰਡ ਵਿੱਚ ਕਿਸੇ ਨੂੰ ਵੀ ਕੁਝ ਨਹੀਂ ਦੱਸਾਂਗਾ, ਕਿਉਂਕਿ ਜੇਕਰ ਮੇਰੇ ਮੂੰਹੋਂ ਕੁਝ ਨਿਕਲਿਆ ਤਾਂ ਪਿੰਡ ਦੀਆਂ ਸਾਰੀਆਂ ਕੁੜੀਆਂ ਦੇ ਘਰ ਬਰਬਾਦ ਹੋ ਜਾਣਗੇ, ਕਿਉਂਕਿ ਉਹ ਗਰੀਬ ਮਾਸੂਮ ਕੁੜੀਆਂ ਪਹਿਲਾਂ ਵੀ ਮੁਖੀਆ ਦੀ ਹਵਸ ਦਾ ਸ਼ਿਕਾਰ ਹੋ ਚੁੱਕੀਆਂ ਸਨ। ਕੋਈ ਵੀ ਪਤੀ ਨਹੀਂ ਚਾਹੇਗਾ ਕਿ ਉਸ ਦੀ ਪਤਨੀ ਆਪਣੀ ਇੱਜ਼ਤ ਮਿਟਾ ਕੇ ਉਸ ਕੋਲ ਆਈ ਹੋਵੇ। ਇੱਕ ਹਫ਼ਤੇ ਬਾਅਦ ਮੇਰਾ ਅਤੇ ਅਰਸ਼ ਦਾ ਵਿਆਹ ਬਹੁਤ ਧੂਮਧਾਮ ਨਾਲ ਹੋਇਆ। ਵਿਆਹ ਦੀ ਪਹਿਲੀ ਰਾਤ ਅਰਸ਼ ਨੇ ਮੈਨੂੰ ਪੁੱਛਿਆ, ਅੰਜਨਾ ਕੀ ਤੁਹਾਨੂੰ ਘੋੜੇ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ? ਮੈਂ ਕਿਹਾ ਨਹੀਂ, ਪਰ ਉਹ ਤਾਂ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ਼ ਆਇਆ। ਮੇਰੀ ਗੱਲ ਸੁਣ ਕੇ ਅਰਸ਼ ਬੋਲਿਆ ਕਿ ਉਹ ਘੋੜਾ ਪਹਿਲਾਂ ਮੇਰੇ ਕੋਲ ਹੀ ਸੀ। ਉਹ ਘੋੜਾ ਬਹੁਤ ਸੋਹਣਾ ਸੀ, ਇਸ ਲਈ ਮੁਖੀਆ ਸਾਹਿਬ ਦੀ ਅੱਖ ਉਸ ਤੇ ਪਈ। ਉਹ ਘੋੜਾ ਬਹੁਤ ਸੋਹਣਾ ਸੀ, ਇਸ ਲਈ ਮੁਖੀਆ ਸਾਹਿਬ ਦੀ ਅੱਖ ਉਸ ਤੇ ਪਈ ਅਤੇ ਉਸ ਨੇ ਮੇਰੇ ਕੋਲੋਂ ਘੋੜਾ ਖੋਹ ਲਿਆ। ਭਾਵੇਂ ਉਹ ਘੋੜਾ ਮੇਰੇ ਤੋਂ ਖੋਹ ਲਿਆ ਸੀ, ਪਰ ਫਿਰ ਵੀ ਘੋੜਾ ਮੇਰੀ ਹਰ ਗੱਲ ਮੰਨਦਾ। ਜਿਸ ਦਿਨ ਰਸਮ ਲਈ ਤੂੰ ਘੋੜੇ ਨਾਲ ਜਾਣਾ ਸੀ, ਮੈਂ ਘੋੜੇ ਨੂੰ ਸਾਰੀ ਗੱਲ ਸਮਝਾ ਦਿੱਤੀ ਸੀ ਕਿ ਉਹ ਤੈਨੂੰ ਬਿਲਕੁਲ ਵੀ ਪਰੇਸ਼ਾਨ ਨਾ ਕਰੇ। ਘੋੜਾ ਬਹੁਤ ਹੀ ਵਫਾਦਾਰ ਜਾਨਵਰ ਹੁੰਦਾ ਹੈ। ਉਹ ਯਕੀਨੀ ਤੌਰ ਤੇ ਆਪਣੇ ਮਾਲਕ ਦਾ ਕਹਿਣਾ ਮੰਨਦਾ ਹੈ ਅਤੇ ਮੇਰੇ ਘੋੜੇ ਨੇ ਵੀ ਮੇਰਾ ਕਹਿਣਾ ਮੰਨਿਆ ਅਤੇ ਤੁਹਾਨੂੰ ਬਿਲਕੁਲ ਪਰੇਸ਼ਾਨ ਨਹੀਂ ਕੀਤਾ। ਇਹ ਕਹਿੰਦੇ ਹੋਏ ਉਹਦੇ ਅੱਖਾਂ ਵਿੱਚ ਸ਼ਰਾਰਤ ਉੱਭਰ ਆਈ। ਮੇਰੀਆਂ ਅੱਖਾਂ ਵਿੱਚ ਝਾਕਦੇ ਹੋਏ ਬੋਲਿਆ, ਅੰਜਨਾ ਮੈਨੂੰ ਪਤਾ ਨਹੀਂ ਸੀ ਤੂੰ ਤਾਂ ਡਰਪੋਕ ਏ। ਇੱਕ ਗੱਲ ਦੱਸ, ਤੁਸੀਂ ਮੇਰੇ ਤੋਂ ਤਾਂ ਨਹੀਂ ਡਰਦੇ ਹੋ? ਮੈਂ ਕਿਹਾ ਨਹੀਂ, ਮੈਂ ਤੇਰੇ ਤੋਂ ਕਿਉਂ ਡਰਾਂ? ਮੈਂ ਤੁਹਾਨੂੰ ਪਿਆਰ ਕਰਦੀ ਹਾਂ ਅਤੇ ਤੁਸੀਂ ਮੇਰੇ ਪਤੀ ਹੋ। ਉਸੇ ਸ਼ਰਾਰਤ ਨਾਲ ਅਰਸ਼ ਕਹਿਣ ਲੱਗਾ, ਠੀਕ ਹੈ, ਮੈਂ ਤੁਹਾਨੂੰ ਸਾਰੀ ਰਾਤ ਪਰੇਸ਼ਾਨ ਕਰਨ ਜਾ ਰਿਹਾ ਹਾਂ। ਤੁਹਾਨੂੰ ਮੇਰੇ ਤੋਂ ਕੋਈ ਸ਼ਿਕਾਇਤ ਤਾਂ ਨਹੀਂ ਹੋਵੇਗੀ? ਮੈਂ ਸ਼ਰਮਿੰਦਾ ਹੋ ਕੇ ਅਰਸ਼ ਦੀ ਛਾਤੀ ਵਿੱਚ ਆਪਣਾ ਚਿਹਰਾ ਲੁਕਾ ਲਿਆ। ਅਰਸ਼ ਨੇ ਵੀ ਮੈਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ। ਸਾਡੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੀ ਹੋਈ ਅਤੇ ਮੈਂ ਅਰਸ਼ ਨਾਲ ਬਹੁਤ ਖੁਸ਼ ਸੀ। ਤੇ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਵੇਂ ਲੱਗੀ? ਜੇਕਰ ਤੁਹਾਨੂੰ ਇਹ ਪਸੰਦ ਆਈ ਹੈ ਤਾਂ ਟਿੱਪਣੀ ਬਾਕਸ ਵਿੱਚ ਦੱਸੋ। ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਸਾਡੇ ਚੈਨਲ ਨੂੰ
ਲਾਈਕ ਅਤੇ ਸਬਸਕ੍ਰਾਈਬ ਕਰੋ। ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।